ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜੀ ਮਹਾਨ ਕੋਸ਼ ਦੇ ਅੰਦਰ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਦੇ ਨੇ ਕਿ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਧਰਮ ਨੂੰ ਮੰਨਣ ਵਾਲੇ ਸਭ ਤੋਂ ਪਹਿਲੇ ਹੋਏ ਹਨ। ਕਹਿਣ ਤੋਂ ਭਾਵ ਬੇਬੇ ਨਾਨਕੀ ਜੀ ਨੂੰ ਸਭ ਤੋਂ ਪਹਿਲੇ ਸਿੱਖ ਹੋਣ ਦਾ ਮਾਣ ਮਿਲਿਆ ਹੈ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿਧਾਂਤ ਨੂੰ ਆਪਣੇ ਜੀਵਨ ਦੇ ਵਿੱਚ ਇਖਤਿਆਰ ਕੀਤਾ। ਹਾਂਜੀ, ਗੁਰੂ ਕੀਆਂ ਸਾਖੀਆਂ ਦੇ ਵਿੱਚੋਂ ਅੱਜ ਆਪਾਂ ਬੇਬੇ ਨਾਨਕੀ ਜੀ ਦੇ ਜੀਵਨ ਤੇ ਸੰਖੇਪ ਰੂਪ ਵਿੱਚ ਝਾਤ ਮਾਰਨ ਦਾ ਯਤਨ ਕਰਨਾ ਹੈ। ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਆਪਾਂ ਸਾਂਝ ਪਾਈਏ। ਪਿਆਰ ਸਤਿਕਾਰ ਸਹਿਤ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਬੇ ਨਾਨਕੀ ਜੀ ਜਿਨ੍ਹਾਂ ਦਾ ਜਨਮ ਆਪਣੇ ਨਾਨਕੇ ਪਿੰਡ ਚਾਹਲ, ਥਾਣਾ ਬਰਕੀ, ਜ਼ਿਲ੍ਹਾ ਲਾਹੌਰ ਦੇ ਵਿੱਚ ਸਨ 1464 ਦੇ ਵਿੱਚ ਹੋਇਆ। ਪਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਬੇਬੇ ਨਾਨਕੀ ਜੀ ਦਾ ਜਨਮ ਹੁੰਦਾ ਹੈ। ਹੁਣ ਨਾਨਕੀ ਨਾਮ ਪੈਣ ਦਾ ਕੀ ਕਾਰਨ ਹੈ? ਕਿਉਂਕਿ ਨਾਨਕਿਆਂ ਦੇ ਘਰ ਵਿੱਚ ਜਨਮ ਹੋਇਆ ਤੇ ਨਾਨਾ ਰਾਮਾ ਜੀ, ਨਾਨੀ ਭਰਾਈ ਜੀ, ਮਾਮਾ ਕ੍ਰਿਸ਼ਨਾ ਜੀ ਨੇ ਬੜੇ ਲਾਡ ਲੜਾਏ ਇਸ ਬੱਚੀ ਦੇ ਨਾਲ, ਤੇ ਕਿਉਂਕਿ ਨਾਨਕਿਆਂ ਦੀ ਪਿਆਰੀ ਸੀ ਤੇ ਨਾਮ ਇਸੇ ਲਈ ਪੈ ਗਿਆ। ਨਾਨਕੀ ਵੀ ਨਾਨਕਿਆਂ ਦੀ ਪਿਆਰੀ ਹੈ। ਹੁਣ ਕੁਝ ਸਮਾਂ ਬੀਤਿਆ, ਇਸ ਬੇਬੇ ਨਾਨਕੀ ਨੂੰ ਇੱਕ ਵੀਰ ਮਿਲਿਆ ਤੇ ਉਹਦਾ ਨਾਮ ਵੀ ਨਾਨਕ ਰੱਖਿਆ ਗਿਆ, ਕਿਉਂਕਿ ਬੇਬੇ ਨਾਨਕੀ ਜੀ ਉਸ ਆਪਣੇ ਛੋਟੇ ਵੀਰ ਦੇ ਨਾਲ, ਆਪਣੇ ਤੋਂ 5 ਸਾਲ ਛੋਟੇ ਵੀਰ ਦੇ ਨਾਲ ਬੜਾ ਪਿਆਰ ਕਰਦੇ ਸਨ, ਸਨੇਹ ਕਰਦੇ ਸਨ। ਇਸੇ ਲਈ ਨਾਮ ਨਾਨਕ ਪੈ ਗਿਆ। ਬੇਬੇ ਨਾਨਕੀ ਦੇ ਨਾਮ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਨਾਨਕ ਪਿਆ। ਬੇਬੇ ਨਾਨਕੀ ਜੀ ਆਪਣੇ ਵੀਰ ਨਾਲ ਬਹੁਤਾ ਹੀ ਸਨੇਹ ਕਰਦੇ ਸਨ, ਬੜੇ ਲਾਡ ਲੜਾਉਂਦੇ ਸਨ ਤੇ ਇੰਨਾ ਕੁ ਸਨੇਹ ਕਰਦਿਆਂ ਕੁਝ ਸਮਾਂ ਹੋਰ ਬੀਤਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਮਰ 10 ਸਾਲ ਦੀ ਹੋ ਗਈ ਤੇ 10 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਿਆਰੀ ਭੈਣ, ਵੱਡੀ ਭੈਣ ਬੇਬੇ ਨਾਨਕੀ ਜੀ ਦੇ ਨਾਲ ਹੋ ਰਹੇ ਵਿਤਕਰੇ ਦੇ ਖਿਲਾਫ ਆਵਾਜ਼ ਬੁਲੰਦ ਕਰ ਦਿੱਤੀ। ਇਹ ਕਹਿ ਲਈਏ ਵੀ ਕੇਵਲ ਬੇਬੇ ਨਾਨਕੀ ਜੀ ਦੇ ਨਾਲ ਹੀ ਨਹੀਂ, ਸਮੁੱਚੀ ਇਸਤਰੀ ਜਾਤੀ ਦੇ ਨਾਲ ਜੋ ਧੱਕਾ ਹੋ ਰਿਹਾ ਸੀ, ਜੋ ਵਿਤਕਰਾ ਹੋ ਰਿਹਾ ਸੀ, ਉਹਦੇ ਹੱਕ ਵਿੱਚ, ਇਸਤਰੀ ਜਾਤੀ ਦੇ ਹੱਕ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 10 ਸਾਲ ਦੀ ਉਮਰ ਵਿੱਚ ਆਵਾਜ਼ ਬੁਲੰਦ ਕੀਤੀ। ਕਦੋਂ? ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਨੇਊ ਪਾਉਣ ਲੱਗੇ ਸਨ। ਪੰਡਿਤ ਹਰਦਿਆਲ ਜੀ ਨੇ ਜਿਸ ਵੇਲੇ ਜਨੇਊ ਪਾਉਣ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਅੱਗੇ ਹੱਥ ਵਧਾਇਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪੰਡਿਤ ਜੀ ਦਾ ਹੱਥ ਫੜ ਲਿਆ। ਹੈਰਾਨ ਹੋ ਗਏ ਪੰਡਿਤ ਜੀ। ਇੱਕ ਵਾਰ ਪੰਡਿਤ ਹਰਦਿਆਲ ਜੀ ਹੈਰਾਨ ਹੋ ਗਏ, ਜਿੰਨੇ ਲੋਕ ਸਨ ਬੈਠੇ ਸਾਰੇ ਹੈਰਾਨ ਹੋ ਗਏ ਵੀ ਪਹਿਲੀ ਵਾਰ ਪੰਡਿਤ ਜੀ ਦਾ ਕਿਸੇ ਬੱਚੇ ਨੇ ਹੱਥ ਫੜਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪੁੱਛਿਆ, ਪੰਡਿਤ ਜੀ ਕੀ ਕਰਨ ਲੱਗੇ ਹੋ? ਪੰਡਿਤ ਜੀ ਕਹਿਣ ਲੱਗੇ, ਤੁਹਾਨੂੰ ਜਨੇਊ ਪਾਉਣ ਲੱਗੇ ਆ। ਗੁਰੂ ਸਾਹਿਬ ਕਹਿੰਦੇ, ਪਾਉਣ ਨਾਲ ਕੀ ਹੋਏਗਾ? ਕਹਿੰਦੇ, ਤੁਹਾਡਾ ਧਰਮ ਦੇ ਵਿੱਚ ਦਾਖਲਾ ਹੋ ਜਾਵੇਗਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਮੇਰੀ ਵੱਡੀ ਭੈਣ ਬੇਬੇ ਨਾਨਕੀ 15 ਸਾਲ ਦੀ ਹੋ ਗਈ ਹੈ, ਪਰ ਉਹਦੇ ਗਲ ਵਿੱਚ ਤੇ ਜਨੇਊ ਨਹੀਂ ਪਾਇਆ ਗਿਆ। ਮੇਰੇ ਤੋਂ 5 ਸਾਲ ਵੱਡੀ ਹੈ ਉਹ। ਜਦੋਂ ਇਹ ਗੱਲ ਆਖੀ ਤੇ ਸਿਰ ਨੀਵਾਂ ਹੋ ਗਿਆ। ਪੰਡਿਤ ਜੀ ਕਹਿਣ ਲੱਗੇ, ਸ਼ਾਸਤਰਾਂ ਅਨੁਸਾਰ ਜਿਹੜੀ ਔਰਤ ਹੈ ਅਪਵਿੱਤਰ ਹੈ, ਇਹ ਜਨੇਊ ਧਾਰਨ ਨਹੀਂ ਕਰ ਸਕਦੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਇਹਦਾ ਮਤਲਬ ਹੈ ਵੀ ਜਿਹੜੀ ਔਰਤ ਹੈ ਧਰਮ ਵਿੱਚ ਦਾਖਲ ਨਹੀਂ ਹੋ ਸਕਦੀ। ਗੁਰੂ ਸਾਹਿਬ ਕਹਿਣ ਲੱਗੇ, ਓਏ ਲੋਕੋ, ਇੰਨਾ ਵੱਡਾ ਤੁਸੀਂ ਵਿਤਕਰਾ ਪਾਇਆ ਇਸ ਔਰਤ ਦੇ ਨਾਲ, ਜਗਤ ਦੀ ਜਨਨੀ ਦੇ ਨਾਲ, ਜਿਹਦੇ ਨਾਲ ਰਿਸ਼ਤੇਦਾਰੀਆਂ ਸਾਖ ਸੰਬੰਧ ਬਣਦੇ ਨੇ, ਪਰਿਵਾਰ ਪੀੜ੍ਹੀਆਂ ਅੱਗੇ ਵਧਦੀਆਂ ਨੇ, ਜਿਹਨੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੱਤਾ, ਉਹਦੇ ਨਾਲ ਐਡਾ ਵੱਡਾ ਵਿਤਕਰਾ, ਤੁਸੀਂ ਉਹਨੂੰ ਧਰਮ ਤੋਂ ਹੀ ਵਾਂਝਿਆ ਰੱਖ ਦਿੱਤਾ। ਉਦੋਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭੰਡ ਜੰਮੀ ਹੈ, ਭੰਡ ਨਿਮੀ ਹੈ, ਭੰਡ ਮੰਗਣ ਵਿਆ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ, ਭੰਡ ਮੂਆ ਭੰਡ ਭਾਲੀ ਹੈ,
ਭੰਡ ਹੋਵੇ ਬੰਧਾਨ, ਸੋ ਕਿਉ ਮੰਦਾ ਆਖੀਐ। ਜਿਤ ਜੰਮੈ ਰਾਜਾਨ, ਭੰਡੋ ਹੀ ਭੰਡ ਉਪਜੈ। ਭੰਡੈ ਬਾਝ ਨਾ ਕੋਏ, ਨਾਨਕ ਭੰਡੈ ਬਾਹਰਾ, ਏਕੋ ਸੱਚਾ ਸੋਏ। ਫਿਰ ਗੁਰੂ ਸਾਹਿਬ ਕਹਿਣ ਲੱਗੇ, ਪੰਡਤ ਜੀ ਕੋਈ ਫਰਕ ਨਹੀਂ ਪੈਂਦਾ, ਭਾਵੇਂ ਔਰਤ ਹੋਵੇ ਤੇ ਭਾਵੇਂ ਮਰਦ ਹੋਵੇ, ਉਹਦੀ ਨਿਗਾਹ ਦੇ ਵਿੱਚ ਤੇ ਸਾਰੇ ਇੱਕੋ ਹੀ ਨੇ। ਜਿਤ ਮੁਖ ਸਦਾ ਸਲਾਹੀਐ, ਭਾਗਾਂ ਰਤੀ ਚਾਰ। ਨਾਨਕ ਤੇ ਮੁਖ ਉਜਲੇ, ਤਿਤ ਸੱਚੇ ਦਰਬਾਰ। ਉਹਦੀ ਨਿਗਾਹ ਦੇ ਵਿੱਚ ਤੇ ਉਹੀ ਪ੍ਰਵਾਨ ਹੁੰਦੇ ਹਨ ਜਿਹੜੇ ਕਰਮ ਚੰਗੇ ਕਰਦੇ ਨੇ, ਜਿਹੜੇ ਉਸ ਪਰਮੇਸ਼ਰ ਨੂੰ ਆਪਣੇ ਚੇਤੇ ਵਿੱਚ ਰੱਖਦੇ ਨੇ। ਉਹਦੀ ਨਿਗਾਹ ਵਿੱਚ ਕੋਈ ਮਰਦ ਜਾਂ ਔਰਤ ਨਹੀਂ, ਉਹਦੀ ਨਿਗਾਹ ਵਿੱਚ ਸਾਰੇ ਇੱਕੋ ਹੀ ਨੇ। ਇੰਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਔਰਤ ਦੇ ਹੱਕ ਵਿੱਚ ਆਵਾਜ਼ ਜਿਹੜੀ ਹੈ ਬੁਲੰਦ ਕੀਤੀ। ਤੇ ਸਮਾਂ ਥੋੜ੍ਹਾ ਜਿਹਾ ਹੋਰ ਬੀਤਿਆ। ਬੇਬੇ ਨਾਨਕੀ ਜੀ ਦਾ ਵਿਵਾਹ ਸੁਲਤਾਨਪੁਰ ਦੇ ਰਹਿਣ ਵਾਲੇ ਭਾਈਆ ਜੈ ਰਾਮ ਜੀ ਦੇ ਨਾਲ ਹੋ ਗਿਆ। ਜਦੋਂ ਬੇਬੇ ਨਾਨਕੀ ਜੀ ਸੁਲਤਾਨਪੁਰ ਆ ਗਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤਲਵੰਡੀ ਵਿਖੇ ਸਨ। ਕਹਿਣ ਲੱਗੇ, ਜਿਹੜਾ ਇਹ ਵਿਛੋੜਾ ਸੀ ਨਾ, ਬੇਬੇ ਨਾਨਕੀ ਕੋਲੋਂ ਚੱਲ ਨਹੀਂ ਸੀ ਹੋ ਰਿਹਾ, ਆਪਣੇ ਵੀਰ ਦਾ, ਗੁਰੂ ਵੀਰ ਦਾ ਜਿਹੜਾ ਵਿਛੋੜਾ ਸੀ ਚੱਲ ਨਹੀਂ ਸੀ ਹੋ ਰਿਹਾ। ਤੇ ਇੰਜ ਬੇਬੇ ਨਾਨਕੀ ਜੀ ਨੂੰ ਹੁੰਦਾ ਸੀ ਕਿ ਕਿਹੜਾ ਵੇਲਾ ਹੋਵੇ ਮੈਂ ਆਪਣੇ ਵੀਰ ਨੂੰ ਮੈਂ ਆਪਣੇ ਕੋਲ ਲੈ ਆਵਾਂ। ਕਹਿੰਦੇ ਫਿਰ ਐਸਾ ਸਬਬ ਬਣ ਗਿਆ। ਦੌਲਤ ਖਾਨ, ਜਿਹੜਾ ਨਵਾਬ ਦੌਲਤ ਖਾਨ ਹੈ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ, ਜਿਹਦੇ ਕੋਲ ਭਾਈਆ ਜੈ ਰਾਮ ਜੀ ਵੀ ਨੌਕਰੀ ਕਰਦੇ ਨੇ, ਕਹਿੰਦੇ ਉੱਥੇ ਇੱਕ ਨੌਕਰੀ ਖਾਲੀ ਹੋਈ, ਜਗ੍ਹਾ ਖਾਲੀ ਹੋਈ। ਉਹ ਕਿਹੜੀ ਸੀ? ਮੋਦੀ ਦੀ ਨੌਕਰੀ, ਜਿਹੜੀ ਕੋਈ ਛੋਟੀ ਮੋਟੀ ਨੌਕਰੀ ਨਹੀਂ ਸੀ, ਬਹੁਤ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਸੀ ਮੋਦੀ ਦਾ। ਕਹਿੰਦੇ ਯੋਗ ਜਾਣ ਕੇ ਫਿਰ ਭਾਈਆ ਜੈ ਰਾਮ ਜੀ ਜਿਹੜੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਤਲਵੰਡੀ ਤੋਂ ਲੈ ਆਏ ਸੁਲਤਾਨਪੁਰ। ਨਵਾਬ ਦੌਲਤ ਖਾਨ ਦੇ ਕੋਲ ਲੈ ਕੇ ਗਏ ਤੇ ਨਵਾਬ ਦੌਲਤ ਖਾਨ ਨੇ ਦਰਸ਼ਨ ਕਰਦੇ ਹੀ ਕਹਿ ਦਿੱਤਾ ਸੀ ਕਿ ਛੇਤੀ ਇਹਨਾਂ ਨੂੰ ਸਾਰੀ ਜ਼ਿੰਮੇਵਾਰੀਆਂ ਸਾਰੀਆਂ ਇਹਨਾਂ ਨੂੰ ਸੌਂਪ ਦਿਓ। ਤੇ ਉਸ ਵੇਲੇ ਕਹਿੰਦੇ ਬੇਬੇ ਨਾਨਕੀ ਜੀ ਨੇ ਇਹ ਵੀ ਆਖਿਆ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿ ਵੀਰਾ, ਮੈਂ ਨਹੀਂ ਚਾਹੁੰਦੀ ਵੀ ਤੈਨੂੰ ਨੌਕਰੀ ਕਰਨੀ ਪਵੇ, ਤੂੰ 2 ਪ੍ਰਸ਼ਾਦੇ ਛਕਣੇ ਨੇ, ਆਪਣੀ ਭੈਣ ਦੇ ਕੋਲ ਛਕ ਲਿਆ ਕਰ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨਹੀਂ, ਮੈਂ ਆਪਣੀ ਭੈਣ ਤੇ ਜਾਂ ਕਿਸੇ ਤੇ ਭਾਰ ਨਹੀਂ ਬਣਨਾ ਚਾਹੁੰਦਾ, ਕਿਉਂਕਿ ਗੁਰੂ ਸਾਹਿਬ ਤੇ ਆਪ ਉਪਦੇਸ਼ ਇਹ ਕਰਦੇ ਸਨ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਜਾਂ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੌਕਰੀ ਕਰਦਿਆਂ ਨਾਲ ਸੰਗਤ ਵੀ ਕਰਦੇ ਸਨ। ਲੋਕਾਈ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਵੀ ਜੋੜਦੇ ਸਨ। ਕਹਿੰਦੇ ਜਦੋਂ ਸੰਗਤ ਕਾਫੀ ਗਿਣਤੀ ਵਿੱਚ ਵਧਣ ਲੱਗ ਪਈ ਤੇ ਉਸ ਵੇਲੇ ਬੇਬੇ ਨਾਨਕੀ ਜੀ ਜਿਹੜੇ ਘਰ ਵਿੱਚ ਰਹਿੰਦੇ ਸਨ ਨਾ, ਜਿਹੜਾ ਬਹੁਤ ਵੱਡਾ ਘਰ ਸੀ, ਤੇ ਉਦੋਂ ਬੇਬੇ ਨਾਨਕੀ ਜੀ ਕਹਿਣ ਲੱਗੇ, ਵੀਰਾ ਇਸ ਵੱਡੇ ਘਰ ਵਿੱਚ ਤੂੰ ਰਹਿ, ਕਿਉਂਕਿ ਤੈਨੂੰ ਵੱਡੇ ਘਰ ਦੀ ਲੋੜ ਹੈ। ਸੰਗਤ ਬਹੁਤ ਗਿਣਤੀ ਵਿੱਚ ਹੈ ਤੇ ਤੈਨੂੰ ਵੱਡੇ ਵਿਹੜੇ ਦੀ ਲੋੜ ਹੈ। ਤੇ ਉਸ ਵੇਲੇ ਇਹ ਅਖਾਣ ਵੀ ਬਣ ਗਿਆ ਸੀ ਸੁਲਤਾਨਪੁਰ ਲੋਧੀ ਵਿਖੇ, ਬਾਬੇ ਨਾਨਕ ਦਾ ਘਰ ਕਿਹੜਾ, ਜਿਸ ਦਾ ਖੁੱਲਾ ਵਿਹੜਾ। ਤੇ ਆਪ ਬੇਬੇ ਨਾਨਕੀ ਜੀ ਛੋਟੇ ਘਰ ਵੀ ਜਾ ਕੇ ਰਹਿਣ ਲੱਗ ਪਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਬੜਾ ਸਨੇਹ ਤੇ ਇੱਕ ਬੜਾ ਵੱਡਾ ਭਰੋਸਾ ਵੀ ਸੀ ਆਪਣੇ ਗੁਰੂ ਵੀਰ ਤੇ ਬੇਬੇ ਨਾਨਕੀ ਜੀ ਨੂੰ। ਕਹਿੰਦੇ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੇਨ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਗਏ ਤੇ 3 ਦਿਨ ਵਾਪਸ ਨਾ ਆਏ। ਚਾਰੇ ਪਾਸੇ ਗੱਲ ਫੈਲ ਗਈ ਵੀ ਗੁਰੂ ਨਾਨਕ ਸਾਹਿਬ ਡੁੱਬ ਗਏ ਹਨ। ਪਰ ਬੇਬੇ ਨਾਨਕੀ ਜੀ ਕਹਿਣ ਲੱਗੇ, ਨਹੀਂ, ਉਹ ਡੁੱਬ ਨਹੀਂ ਸਕਦੇ। ਇੰਨਾ ਭਰੋਸਾ ਉਹਨਾਂ ਨੂੰ ਆਪਣੇ ਵੀਰ ਤੇ ਸੀ। ਇਹ ਭਰੋਸਾ ਇੰਨਾ ਅੱਗੇ ਚੱਲਦਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਖਿਲਾਫ ਕੋਈ ਇੱਕ ਬਚਨ ਵੀ ਜਿਹੜਾ ਸੀ ਨਾ, ਬੇਬੇ ਨਾਨਕੀ ਸੁਣ ਨਹੀਂ ਸੀ ਸਕਦੀ, ਚੱਲ ਨਹੀਂ ਸੀ ਸਕਦੀ। ਇੱਕ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੱਸ ਮਾਤਾ ਚੰਦੋ ਜੀ ਬਟਾਲੇ ਤੋਂ ਚੱਲ ਕੇ ਤੇ ਸੁਲਤਾਨਪੁਰ ਆਏ, ਆਪਣੀ ਧੀ ਨੂੰ ਮਿਲੇ, ਸੁਲੱਖਣੀ ਨੂੰ। ਧੀ ਨੂੰ ਮਿਲੇ, ਮਾਤਾ ਸੁਲੱਖਣੀ ਨੂੰ ਨਾਲ ਮੇਲ ਕੀਤਾ ਤੇ ਪੁੱਛਿਆ ਹੋਏਗਾ ਹਾਲ ਚਾਲ ਵੀ ਤੁਸੀਂ ਕਿੰਨੇ ਪੈਸੇ ਇਕੱਠੇ ਕਰ ਲਏ ਨੇ, ਜਾਂ ਇੰਜ ਕੋਈ ਪੁੱਛਿਆ ਹੋਏਗਾ। ਤੇ ਕਹਿੰਦੇ ਜਦੋਂ ਇੰਜ ਪੁੱਛ ਕੇ ਤੇ ਮਨ ਵਿੱਚ ਇੱਕ ਰੋਸ ਜਿਹਾ ਆਇਆ ਵੀ ਕੋਈ ਧਨ ਬਹੁਤਾ ਇਕੱਠਾ ਨਹੀਂ ਕੀਤਾ, ਜਾਂ ਇੰਜ ਕੋਈ ਰੋਸ ਆਇਆ। ਤੇ ਉਹਨਾਂ ਨੇ ਆ ਕੇ ਬੇਬੇ ਨਾਨਕੀ ਜੀ ਨੂੰ ਉਲਾਮਾ ਦਿੱਤਾ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ। ਆਖਿਆ, ਤੂੰ ਆਪਣੇ ਵੀਰ ਨੂੰ ਸਮਝਾਉਂਦੀ ਕਿਉਂ ਨਹੀਂ? ਉਹ ਮੇਰੀ ਧੀ ਦਾ ਖਿਆਲ ਨਹੀਂ ਰੱਖਦਾ, ਆਪਣੇ ਬੱਚਿਆਂ ਦਾ ਖਿਆਲ ਨਹੀਂ ਰੱਖਦਾ। ਤੇ ਬੇਬੇ ਨਾਨਕੀ ਜੀ ਬੜੇ ਪਿਆਰ ਨਾਲ ਸਮਝਾਉਣ ਲੱਗੇ, ਕਹਿਣ ਲੱਗੇ, ਮਾਸੀ ਜੀ, ਮੈਂ ਆਪਣੇ ਗੁਰੂ ਵੀਰ ਨੂੰ ਕੀ ਸਮਝਾਵਾਂ?
ਉਹ ਤੇ ਲੋਕਾਂ ਨੂੰ ਸਮਝਾਉਂਦਾ ਹੈ, ਲੋਕਾਈ ਨੂੰ ਸਮਝਾਉਂਦਾ ਹੈ, ਉਹਨੂੰ ਕੌਣ ਸਮਝਾ ਸਕਦਾ ਏ। ਕਹਿਣ ਲੱਗੀ ਵੇਖ ਮੈਂ ਆਪਣੇ ਵੀਰ ਨੂੰ ਤਾਂ ਸਮਝਾਵਾਂ ਜੇ ਉਹਦੇ ਵਿੱਚ ਕੋਈ ਅਵਗੁਣ ਹੋਵੇ, ਕੋਈ ਐਬ ਹੋਵੇ, ਉਹ ਚੋਰੀ ਯਾਰੀ ਕਰਦਾ ਹੋਵੇ, ਕੋਈ ਜੁਆਰੀ ਹੋਵੇ, ਕੋਈ ਨਸ਼ਾ ਕਰਦਾ ਹੋਵੇ, ਕੋਈ ਮਾੜਾ ਕਰਮ ਕਰਦਾ ਹੋਵੇ। ਜਦੋਂ ਕੋਈ ਮਾੜਾ ਕਰਮ ਹੀ ਉਹ ਨਹੀਂ ਕਰਦਾ ਤੇ ਆਪਣੀ ਧੀ ਨੂੰ ਪੁੱਛ ਪਾਉਣ ਲਈ ਕੱਪੜੇ ਦੀ ਥਾਂ ਕੱਪੜਾ ਉਹਨੂੰ ਮਿਲਦਾ ਹੈ ਤੇ ਖਾਣ ਪੀਣ ਲਈ ਹੋਰ ਪਦਾਰਥ ਜਿਹੜੇ ਨੇ ਉਹਨੂੰ ਮਿਲਦੇ ਨੇ। ਮੈਂ ਆਪ ਬੜਾ ਖਿਆਲ ਰੱਖਦੀ ਹਾਂ ਆਪਣੀ ਭਰਜਾਈ ਦਾ। ਕਹਿੰਦੇ ਇੰਜ ਬੜੇ ਪਿਆਰ ਦੇ ਨਾਲ ਤਸੱਲੀ ਕਰਵਾਈ ਮਾਤਾ ਚੰਦੋ ਜੀ ਦੀ। ਤੇ ਇੰਜ ਕਿਉਂਕਿ ਬਹੁਤ ਬੇਬੇ ਨਾਨਕੀ ਜੀ ਦਾ ਇੱਕ ਅੰਦਰੂਨੀ ਪਿਆਰ ਸੀ ਗੁਰੂ ਨਾਨਕ ਸਾਹਿਬ ਮਹਾਰਾਜ। ਕਹਿੰਦੇ ਇੱਕ ਦਿਨ ਭਾਈਆ ਜੈ ਰਾਮ ਜੀ ਵੀ ਕਹਿਣ ਲੱਗੇ ਬੇਬੇ ਨਾਨਕੀ ਨੂੰ ਕਿ ਨਾਨਕੀ ਤੇਰੇ ਵੱਡੇ ਭਾਗ ਹਨ ਜੋ ਤੂੰ ਨਾਨਕ ਦੀ ਭੈਣ ਹੈ ਤੇ ਤੇਰੇ ਉੱਤੇ ਵੀ ਉਹਦਾ ਅਸਰ ਹੈ ਤੇ ਥੋੜੇ ਥੋੜੇ ਅਸੀਂ ਵੀ ਧਨ ਹਾਂ ਜਿਹੜਾ ਸਾਡਾ ਤੇਰੇ ਨਾਲ ਮੇਲ ਹੋਇਆ ਹੈ, ਤੇਰੇ ਨਾਲ ਸੰਜੋਗ ਬਣਿਆ ਹੈ। ਬੇਬੇ ਨਾਨਕੀ ਜੀ ਖਿਆਲ ਕਰਨਾ ਇਹ ਵੀ ਇੱਕ ਬਹੁਤ ਵਿਚਾਰਨਯੋਗ ਵਿਸ਼ਾ ਹੈ ਵੀ ਬੇਬੇ ਨਾਨਕੀ ਜੀ ਜਿਨ੍ਹਾਂ ਦੇ ਜੀਵਨ ਤੇ ਅੱਜ ਆਪਾਂ ਝਾਤ ਪਾ ਰਹੇ ਹਾਂ, ਉਹਨਾਂ ਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ। ਪਰ ਇਤਿਹਾਸ ਵਿੱਚ ਐਸਾ ਜ਼ਿਕਰ ਨਹੀਂ ਆਉਂਦਾ ਵੀ ਕਿਤੇ ਉਹਨਾਂ ਨੇ ਕੋਈ ਮੰਗ ਕੀਤੀ ਹੋਵੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੋਲੋਂ ਜਾਂ ਹੋਰ ਕੋਈ ਧਾਗੇ ਤਵੀਤ ਕਿਸੇ ਬਾਬੇ ਸਿਆਣੇ ਦਾ ਉਹਨਾਂ ਨੇ ਆਸਰਾ ਲਿਆ ਹੋਵੇ। ਨਹੀਂ, ਇੰਨਾ ਕੁ ਸਿਦਕ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਉਹਨਾਂ ਨੇ ਇੰਨਾ ਕੁ ਕਮਾਇਆ ਹੋਇਆ ਸੀ ਕਿ ਉਹਨਾਂ ਦੇ ਹਿਰਦੇ ਅੰਦਰ ਇੰਨਾ ਕੁ ਸਿਦਕ ਸੀ ਕਿ ਇੰਨਾ ਕੁ ਉਹ ਰੱਬੀ ਭਾਣੇ ਨੂੰ ਪ੍ਰਵਾਨ ਕਰਦੇ ਸਨ ਵੀ ਕਿਤੇ ਵੀ ਉਹਨਾਂ ਨੇ ਐਸੀ ਕੋਈ ਮੰਗ ਨਹੀਂ ਕੀਤੀ ਜਾਂ ਕੋਈ ਸ਼ਿਕਾਇਤ ਐਸਾ ਉਲਾਮਾ ਉਹਨਾਂ ਨਹੀਂ ਦਿੱਤਾ ਵੀ ਮੇਰੇ ਘਰ ਵਿੱਚ ਕੋਈ ਔਲਾਦ ਨਹੀਂ। ਔਰ ਖਿਆਲ ਕਰਨਾ ਦੁਨੀਆ ਤੇ ਜੇ ਕਿਸੇ ਬੰਦੇ ਦਾ ਨਾਮ ਰਹਿੰਦਾ ਹੈ ਤੇ ਉਹਦੇ ਆਪਣੇ ਕਰਮਾਂ ਕਰਕੇ ਰਹਿੰਦਾ ਹੈ, ਕੋਈ ਧੀਆਂ ਪੁੱਤਰਾਂ ਕਰਕੇ ਕਿਸੇ ਦਾ ਨਾਮ ਦੁਨੀਆ ਤੇ ਨਹੀਂ ਰਹਿੰਦਾ। ਬੇਬੇ ਨਾਨਕੀ ਜੀ ਦੀ ਆਪਣੀ ਕਮਾਈ ਸੀ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੰਨਣ ਵਾਲੇ ਪਹਿਲੇ ਸਿੱਖ ਹੋਏ, ਆਪਣੇ ਜੀਵਨ ਅੰਦਰ ਕਮਾਈ ਕੀਤੀ ਤੇ ਜਦੋਂ ਅਖੀਰਲਾ ਵੇਲਾ ਆਇਆ ਨਾ ਉਦੋਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੇਬੇ ਨਾਨਕੀ ਜੀ ਦਾ ਆਪ ਹੱਥੀਂ ਸੰਸਕਾਰ ਕੀਤਾ। ਭਾਈਆ ਜੈ ਰਾਮ ਜੀ ਦਾ ਵੀ ਆਪ ਹੱਥੀਂ ਸੰਸਕਾਰ ਕੀਤਾ, ਉਹਨਾਂ ਦੀ ਸੰਭਾਲ ਕੀਤੀ। ਐਸੇ ਬੜੇ ਹੀ ਸਿਦਕ ਵਾਲੇ ਅਤੇ ਗੁਰੂ ਤੇ ਭਰੋਸਾ ਰੱਖਣ ਵਾਲੇ, ਗੁਰੂ ਨੂੰ ਮੰਨਣ ਵਾਲੇ ਬੇਬੇ ਨਾਨਕੀ ਜੀ ਭਗਤੀ ਦੀ ਮੂਰਤ ਸਨ। ਸੋ ਸਾਨੂੰ ਸਿੱਧ ਲੈਣ ਦੀ ਲੋੜ ਹੈ, ਬੇਬੇ ਨਾਨਕੀ ਜੀ ਦੇ ਜੀਵਨ ਨੂੰ ਪੜ੍ਹਨ ਦੀ, ਵਿਚਾਰਨ ਦੀ ਲੋੜ ਹੈ ਤਾਂ ਕਿ ਅੱਜ ਵੀ ਬੀਬੀਆਂ ਭੈਣਾਂ ਦੇ ਹਿਰਦੇ ਦੇ ਅੰਦਰ ਐਸਾ ਸਿਦਕ ਬਣ ਸਕੇ, ਗੁਰੂ ਦੇ ਪ੍ਰਤੀ ਐਸਾ ਭਰੋਸਾ ਤੇ ਪ੍ਰੇਮ ਬਣ ਸਕੇ। ਇਤਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਬਖਸ਼ਦੇ ਹੋਏ ਪ੍ਰਵਾਨ ਨੂੰ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।